किस बनियर ने बिस्कोड़ी पंजाब से आ तेरे आवाज। किसी नामुमकिन सी बात को मुमकिन करके दिखा, किसी नामुमकिन सी बात को मुमकिन करके दिखा, खुद पहचान बना लेगा जमाना, तू भीड़ से अलग चलकर तो दिखा, तू भीड़ से अलग चलकर तो दिखा। तालमेल चैनल देख रहे ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਬਲਜੀਤ ਸ਼ਰਮਾ ਵੱਲੋਂ ਮੋਫੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਮੈਂ ਤੁਹਾਨੂੰ ਇੱਕ ਅਜਿਹੇ ਉੱਭਰਦੇ ਕਲਾਕਾਰ ਨਾਲ ਮਿਲਵਾਉਣ ਜਾ ਰਹੀ ਹਾਂ, ਰੂਬਰੂ ਕਰਵਾਵਾਂਗੀ ਜਿਨ੍ਹਾਂ ਦਾ ਪਹਿਲਾ Song ਪੰਜਾਬ ਸਿਆਂ ਉਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਹੀ ਪਿਆਰ ਮਿਲਿਆ, ਭਰਵਾਂ ਹੁੰਗਾਰਾ ਮਿਲਿਆ। ਸੋ ਅੱਜ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਗਾਇਕ ਮਿਸਟਰ ਕ੍ਰਿਸ਼ਨ ਹਿਰੋ ਜੀ ਤੇ ਨਾਲ ਹੀ ਸਾਡੇ ਮੌਜੂਦ ਨੇ ਉਸ ਗੀਤ ਨੂੰ ਲਿਖਣ ਵਾਲੇ ਤਲਵਿੰਦਰ ਸ਼ੇਰਗਿੱਲ ਜੀ, ਨੌਜਵਾਨ ਕਵੀ। ਸੋ ਸਭ ਤੋਂ ਪਹਿਲਾਂ ਕ੍ਰਿਸ਼ਨ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਸਰ। बहुत बहुत शुक्रिया, मेहरबानी। और मैं तालमेल चैनल का बहुत बहुत धन्यवादी हाँ जिन्होंने सानू चुनिया अज दी इंटरव्यू वास्ते जी। ते नाल ही असी शेरगिल सर ਨੂੰ ਵੀ ਜੀ ਆਇਆਂ ਆਖਦੇ ਹਾਂ। ਸ਼ੇਰਗਿੱਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ। ਬਹੁਤ-ਬਹੁਤ ਧੰਨਵਾਦ ਮੈਡਮ, ਤੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਸਾਨੂੰ ਆਪਣੇ ਵਿਹੜੇ ਬੁਲਾ ਕੇ ਸਾਡੀ ਇੰਟਰਵਿਊ ਅੱਜ ਕਰਨ। ਸ਼ੁਕਰੀਆ। ਸੋ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨਾਲ ਕ੍ਰਿਸ਼ਨ ਜੀ ਵੱਲ ਹੀ ਵਧਦੇ ਹਾਂ ਕਿ ਜਿਹੜਾ ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਦੇ ਗੀਤਕਾਰ ਨੇ ਜਾਂ ਗੀਤ ਗਾਉਣ ਵਾਲੇ ਨੇ, ਉਹ ਏਦਾਂ ਦੇ ਵਿਸ਼ੇ ਚੁੱਕਦੇ ਹਨ ਜਿਹੜੇ ਕਿ ਸਾਰਿਆਂ ਨੂੰ ਪਸੰਦ ਆਉਣ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਰੋਮਾਂਟਿਕ ਵਿਸ਼ਾ ਹੋ ਸਕਦਾ ਹੈ ਤੇ ਜਾਂ ਅੱਜ ਕੱਲ ਆਪਾਂ ਦੇਖਦੇ ਹਾਂ ਬੰਦੂਕਾਂ ਦੀਆਂ, ਗਨਸ ਦੀਆਂ ਗੱਲਾਂ ਹੁੰਦੀਆਂ, ਪਰ ਇਹਨਾਂ ਨੇ ਬੜਾ ਹੀ ਭਖਦਾ ਮੁੱਦਾ ਜਿਹੜਾ ਹੈ ਉਹ ਚੁੱਕਿਆ ਹੈ। ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਜਿਹੜਾ ਇਹੀ ਵਿਸ਼ਾ ਸੀ ਪਹਿਲੇ ਗਾਣੇ ਦੇ ਵਿੱਚ, ਇਹ ਵਿਸ਼ਾ ਕਿਉਂ ਚੁਣਿਆ? तलविंदर और मैं इकट्ठे काफी जगह कवि दरबार के ऊपर जाते रहने हैं जी। तो तलविंदर ने जो ये पहली बार सुनाया, ये एक कविता इन्हें लिखी सी अपने वालों जी, इन्हें सुनाई तलविंदर ने, ते मैनू लगा कि बहुत ही वधिया विषा आ, क्योंकि अज के समय दे विच जो आपां पंजाब दे हालात देख लीए, ये सारिया चीज़ां अज के समय दे उपर ढुकदियां सी पूरियां। टुकदियां सी जी। और मैनू लगा कि ये चीज़ नू कोई भी ਅੱਜ ਗਾਇਕ ਜਾਂ ਕੋਈ ਗੀਤਕਾਰ ਇਦਾਂ ਦੇ ਵਿਸ਼ੇ ਨਹੀਂ ਲਿਖ ਰਿਹਾ, ਸਾਹਮਣੇ ਨਹੀਂ ਲੈ ਕੇ ਆ ਤਾਂ ਰਹੇ। ਮੈਨੂੰ ਲੱਗਾ ਕਿ ਇਦਾਂ ਦੀ ਚੀਜ਼ ਨੂੰ ਕਿਉਂ ਨਾ ਇਹਨੂੰ ਕੁਛ ਨਾ ਕੁਛ ਆਪਣੀ ਆਵਾਜ਼ ਦੇ ਵਿੱਚ ਗੁੰਗਰਾ ਕੇ ਲੋਕਾਂ ਸਾਹਮਣੇ ਰੱਖਿਆ ਜਾਵੇ ਕਿ ਆਹ ਵੀ ਚੀਜ਼ਾਂ ਜਿਹੜੀਆਂ ਆਪਾਂ ਕਰ ਸਕਦੇ ਹਾਂ। ਕਰ ਸਕਦੇ ਹਾਂ ਜੀ। ਸੋ ਤਲਵਿੰਦਰ ਜੀ, ਜਿਹੜੇ ਆਪਾਂ ਦੇਖ ਰਹੇ ਹਾਂ ਕਿ ਬਿਲਕੁਲ ਨੌਜਵਾਨ ਕਵੀ ਨੇ, ਤੇ ਜਿਹੜੇ ਨੌਜਵਾਨ ਕਵੀ ਆ ਜ਼ਿਆਦਾਤਰ ਮੈਂ ਕਹਿੰਦੀ ਹਾਂ ਕਿ ਰੋਮਾਂਟਿਕ ਲਿਖਣ ਨੂੰ ਪ੍ਰੈਫਰ ਕਰਦੇ ਆ। ਤਾਂ ਤਲਵਿੰਦਰ ਜੀ, ਮੈਂ ਪੁੱਛਣਾ ਚਾਹਾਂਗੀ ਕਿ ਜਦੋਂ ਤੁਸੀਂ ਇਹ ਗਾਣਾ ਲਿਖ ਰਹੇ ਸੀ, ਉਦੋਂ ਤੁਹਾਡੇ ਦਿਮਾਗ ਵਿੱਚ ਕੀ ਸੋਚ ਸੀ, ਕੀ ਚੱਲ ਰਿਹਾ ਸੀ, ਜਾਂ ਕੀ ਸੋਚ ਕੇ ਤੁਸੀਂ ਇਹ ਗਾਣਾ ਲਿਖਿਆ? ਮੈਡਮ, ਜਿਸ ਵਕਤ ਜਿਨ੍ਹਾਂ ਹਾਲਾਤਾਂ ਚੋਂ ਪੰਜਾਬ ਗੁਜ਼ਰ ਰਿਹਾ, ਜੀ। ਜਾਂ ਮੰਨ ਲਓ ਕਵੀ ਕੀ ਦੇਖਦਾ, ਜੋ ਸਮਾਜ 'ਚ ਵਾਪਰ ਰਿਹਾ ਉਹ ਲਿਖਦਾ। ਹਾਂਜੀ। ਤੇ ਇਹ ਗਾਣਾ ਬਸ ਸਾਡੇ ਸਮਾਜ ਦੇ ਵਿੱਚ ਫੈਲੀ ਅਰਾਜਕਤਾ ਹੈ ਜੋ ਉਹਦੀ ਉਪਜ ਹੈ, ਆਪਾਂ ਕਹਿ ਸਕਦੇ ਹਾਂ। ਮੰਨ ਲਓ ਜੋ ਆਪਾਂ ਕਹਿ ਲਈਏ ਵੀ ਹਰ ਤਰ੍ਹਾਂ ਦਾ ਜਿਹੜਾ ਸਾਡਾ ਤਾਣਾ ਬਾਣਾ ਆ ਉਹ ਉਲਝਿਆ ਪਿਆ ਜੀ। ਹਰ ਪੱਖੋਂ ਜੇ ਆਪਾਂ ਦੇਖ ਲਈਏ ਉਸ ਗਾਣੇ ਦੇ ਵਿੱਚ, ਜੇ ਆਪਾਂ ਕਹਿ ਲਈਏ ਰਚਨਾ ਦੇ ਵਿੱਚ, ਮੈਂ ਜ਼ਿਕਰ ਵੀ ਕੀਤਾ ਆ ਕਿ ਸਿੱਖਿਆ, ਧਰਮ, ਵਪਾਰ, ਸਿਆਸਤ ਚਾਰੇ ਥੰਮ ਲਾਚਾਰ ਹੋ ਗਏ, ਇਸੇ ਸ਼ੇਰਗਿੱਲ ਫੁੱਟਦੀਆਂ ਕਲਮਾਂ ਦੇ ਹੁਨਰ ਬੇਕਾਰ ਹੋ ਗਏ। ਸੋ ਚਾਰੇ ਚੀਜ਼ਾਂ, ਸਿੱਖਿਆ, ਧਰਮ, ਵਪਾਰ, ਸਿਆਸਤ, ਇਹ ਚਾਰੇ ਚੀਜ਼ਾਂ ਜਿਹੜੀਆਂ ਕਿਸੇ ਲੋਕਤੰਤਰ ਦਾ ਥੰਮ ਨੇ, ਔਰ ਇਹ ਚਾਰੇ ਚੀਜ਼ਾਂ ਗੰਦਲੀਆਂ ਹੋ ਗਈਆਂ। ਹਾਂਜੀ। ਔਰ ਪੋਲਿਊਟ ਹੋ ਗਈਆਂ ਇਹ ਚਾਰੇ ਚੀਜ਼ਾਂ। ਸੋ ਇਹੀ ਸਾਰਾ ਕੁਝ ਮੇਰੇ ਦਿਮਾਗ 'ਚ ਜਦੋਂ ਚੱਲ ਰਿਹਾ ਸੀ, ਜੋ ਵੀ ਮੈਨੂੰ ਲਿਖਿਆ, ਜੋ ਵੀ ਮੈਂ ਆਪਣੀ ਨਜ਼ਰ ਨਾਲ ਦੇਖਿਆ, ਉਹੀ ਮੈਂ ਲਿਖਿਆ ਜੀ। ਔਰ ਬੜੀ ਹਿੰਮਤ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਲੋਕਾਂ ਦੇ ਸਾਹਮਣੇ ਜਿਹੜੇ ਮਨ ਦੇ ਭਾਵ ਹੈ ਉਵੇਂ ਦੀ ਉਵੇਂ ਲਿਆ ਕੇ ਪੇਸ਼ ਕਰਦੇ ਹਾਂ। ਸੋ ਦੇਖਿਆ ਕਿ ਸ਼ੇਰਗਿੱਲ ਜੀ ਨੇ ਬੜੀ ਹਿੰਮਤ ਕੀਤੀ ਹੈ, ਸਮਾਜ ਨੂੰ ਇੱਕ ਕਰਾਰੀ ਚੋਟ ਆਪਾਂ ਕਹਿ ਸਕਦੇ ਹਾਂ। ਸੋ ਕ੍ਰਿਸ਼ਨ ਜੀ, ਇੱਥੇ ਮੈਂ ਪੁੱਛਾਂਗੀ ਕਿ ਇੱਥੋਂ ਤੱਕ ਤੁਸੀਂ ਪੁੱਜੇ ਹੋ ਤੇ ਇਹ ਸਫ਼ਰ ਤੁਹਾਡਾ ਕਿੱਦਾਂ ਦਾ ਰਿਹਾ ਤੇ ਕਿਸ ਕਿਸ ਨੇ ਤੁਹਾਨੂੰ ਸਪੋਰਟ ਕੀਤਾ? ਗਾਇਕੀ ਦੇ ਵਿੱਚ ਦੀ ਆਪਾਂ ਗੱਲ ਕਰਦੇ ਹਾਂ ਜੀ। ਹਾਂਜੀ ਜੀ। ਹਾਂਜੀ, ਗਾਇਕੀ ਦੇ ਵਿੱਚ ਇਹ ਮੇਰਾ ਪਹਿਲੀ ਕੋਸ਼ਿਸ਼ ਆ ਜੀ। ਔਰ ਇਸ ਕੋਸ਼ਿਸ਼ ਦੇ ਵਿੱਚ
ਜਿੱਦਾਂ ਮੈਨੂੰ ਪਹਿਲਾਂ ਬਚਪਨ ਦੇ ਵਿੱਚ ਥੋੜਾ ਬਹੁਤਾ ਗੁਣਗੁਣਾਉਂਦਾ ਹੁੰਦਾ ਸੀਗਾ ਮੈਂ। ਹਾਂਜੀ। ਫਿਰ ਕੁਝ ਸਕੂਲ ਟਾਈਮ ਦੇ ਵਿੱਚ ਵੀ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ, ਅੱਛਾ। ਤਾਂ ਉੱਥੇ ਕੋਈ ਵਿਸ਼ਾ ਮੈਂ ਇਦਾਂ ਦਾ ਚੂਜ਼ ਕਰ ਲਿਆ, ਉੱਥੇ ਮੈਨੂੰ ਮੈਡਮਾਂ ਨੇ ਬਿਠਾ ਦਿੱਤਾ, ਕਹਿੰਦੇ ਬਸ ਬਸ ਬਹਿ ਜਾ। ਤੇ ਉਹ ਚੀਜ਼ ਇੱਕ ਜਦੋਂ ਕੋਈ ਵੀ ਬੱਚਾ ਹੁੰਦਾ ਜਾਂ ਉਹਨੂੰ ਜਦੋਂ ਅਸੀਂ ਕਿਸੇ ਪਾਸੇ ਨੂੰ ਪ੍ਰੇਰਿਤ ਕਰਦੇ ਹਾਂ, ਹੱਲਾਸ਼ੇਰੀ ਦਿੰਦੇ ਹਾਂ, ਤਾਂ ਉਹ ਵੱਧਦਾ। ਤਾਂ ਮੇਰਾ ਹੌਸਲਾ ਉਦੋਂ ਫਿਰ ਨਹੀਂ ਬਣ ਪਾਇਆ, ਉਹ ਅੰਦਰ ਹੀ ਦੱਬ ਕੇ ਰਹਿ ਗਿਆ। ਪਰ ਉਹ ਅੰਦਰ ਕੀੜਾ ਸੀਗਾ, ਉਹ ਕੀੜਾ ਜਿਹੜਾ ਸੀ ਜਲਾਉਂਦਾ ਰਹਿੰਦਾ ਸੀ। ਹਾਂਜੀ। ਪਰ ਉਸ ਤੋਂ ਬਾਅਦ ਘਰ ਦੇ ਹਾਲਾਤ ਹਾਂਜੀ। ਨਹੀਂ ਇਜਾਜ਼ਤ ਦਿੰਦੇ ਸੀ ਕਿ ਗਾਇਕੀ ਵੱਲ ਨੂੰ ਜਾਇਆ ਜਾਵੇ, ਜੀ। ਕਿਉਂਕਿ ਗਾਇਕੀ ਵਿੱਚ ਕੀ ਪੈਸਾ ਚਾਹੀਦਾ, ਪੈਸਾ। ਘਰ ਦੇ ਹਾਲਾਤਾਂ ਦੇ ਘਰਦਿਆਂ ਕੋਲ ਉਹ ਚੀਜ਼ ਨਹੀਂ ਸੀ ਕਿ ਉਹ ਪੈਸਾ ਮੇਰੇ ਉੱਪਰ ਖਰਚ ਸਕਣ। ਜੀ। ਇਸ ਕਰਕੇ ਮੈਂ ਗਾਇਕੀ ਦੇ ਵੱਲ ਨੂੰ ਮੇਰਾ ਇੱਛਾ ਸੀਗੀ, ਰੁਝਾਨ ਸੀਗੀ, ਉਹਨੂੰ ਮੈਂ ਛੱਡਦੇ ਹੋਏ ਮੈਂ ਆਪਣੇ ਕੰਮ ਵੱਲ ਨੂੰ ਹੋ ਗਿਆ ਕਿ ਮੈਂ ਕੁਝ ਘਰ ਦੇ ਵਿੱਚ 4 ਪੈਸੇ ਕਮਾ ਕੇ ਲਿਆ ਸਕਾਂ। ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦਾ ਜੀ। ਸੋਚਿਆ ਜੀ। ਉਸ ਤੋਂ ਬਾਅਦ ਫਿਰ ਮੈਂ ਕੰਮ ਕਰਦਾ ਗਿਆ, ਕੰਮ ਠੀਕ ਹੋਇਆ ਜਦੋਂ, ਤੇ ਉਹ ਕੀੜਾ ਜਲਾਉਂਦਾ ਰਹਿੰਦਾ ਸੀ। ਜੀ। ਉਹ ਫਿਰ ਮੈਂ ਗੁਣਗੁਣਾਉਂਦਾ, ਜਿਵੇਂ ਦੱਸਦਾ ਕਿ ਮੈਂ ਸਹਾਰਾ ਇੰਡੀਆ ਦੇ ਵਿੱਚ ਕੰਮ ਕਰਦਾ, ਜੀ। ਔਰ ਉੱਥੇ ਮੈਂ ਗੜਸ਼ੰਕਰ ਬ੍ਰਾਂਚ ਦੇ ਵਿੱਚ ਕੰਮ ਕਰਦਾ। ਉੱਥੇ ਸਾਡਾ ਆਫਿਸ ਪੌੜੀਆਂ ਚੜ੍ਹ ਕੇ ਹੁੰਦਾ, ਜੀ। ਪੌੜੀਆਂ ਚੜ੍ਹ ਕੇ ਆਫਿਸ ਦੇ ਵਿੱਚ ਜਦੋਂ ਮੈਂ ਜਾਣਾ ਤਾਂ ਪੌੜੀਆਂ ਦੇ ਵਿੱਚ ਰਸਤੇ 'ਚ ਮੈਂ ਗੁਣਗੁਣਾਉਂਦੇ ਨਹੀਂ ਜਾਣਾ। ਗੁਣਗੁਣਾਉਂਦੇ ਜਾਣਾ ਜੀ। ਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਹਾਂਜੀ, ਹਾਂ। ਕਿ ਇਹ ਬੰਦਾ ਗਾਉਂਦਾ ਹੈ ਕੁਝ। ਜੀ। ਚਲੋ ਕਿਸੇ ਨੇ ਕਿਹਾ ਨਹੀਂ। ਇੱਕ ਵਾਰੀ ਅਸੀਂ ਚੰਡੀਗੜ੍ਹ ਮੀਟਿੰਗ ਤੇ ਗਏ, ਜੀ। ਤਕਰੀਬਨ ਅਸੀਂ 20 ਜਣੇ ਹੋਣੇ ਆ। ਵਾਪਸੀ ਆਉਂਦੇ ਸਮੇਂ ਰਸਤੇ ਦੇ ਵਿੱਚ ਤਕਰੀਬਨ 8:30 ਹੋ ਗਿਆ, ਨਵੰਬਰ ਮਹੀਨਾ ਸੀਗਾ, ਜੀ। 2010 ਦੀ ਗੱਲ ਆ। ਜੀ। ਤੇ ਉਸ ਸਮੇਂ ਸਾਡੇ ਬ੍ਰਾਂਚ ਮੈਨੇਜਰ ਸਰਦਾਰ ਅਮਰਜੀਤ ਸਿੰਘ ਗਰੋਵਰ, ਜੀ। ਉਹਨਾਂ ਨੇ ਮੈਨੂੰ ਸੁਣਦੇ ਰਹਿੰਦੇ ਸੀ, ਕਿਉਂਕਿ ਆਫਿਸ ਬੈਠਾ ਬੰਦਾ ਸੁਣਦਾ ਹੈ ਕਿ ਬੰਦਾ ਕੁਝ ਨਾ ਕੁਝ ਗੁਣਗੁਣਾਉਂਦਾ। ਹਾਂਜੀ। ਉਹਨਾਂ ਨੇ ਮੈਨੂੰ ਖੜਾ ਕਰ ਲਿਆ, ਕਹਿੰਦੇ ਸੁਣਾ ਕੁਝ। ਅੱਛਾ। ਮੈਂ ਪਾਣੀ ਹੋ ਗਿਆ। ਮੈਂ ਕਿਹਾ ਯਾਰ ਮੈਂ ਕਿਸੇ ਸਾਹਮਣੇ ਕਦੀ ਬੋਲਿਆ ਨਹੀਂ, ਕਦੀ ਸੁਣਾਇਆ ਨਹੀਂ। ਮੈਂ ਮਤਲਬ ਬਹੁਤ ਘਬਰਾ ਗਿਆ, ਪਰ ਹੌਸਲਾ ਕਰਕੇ ਮੈਂ ਜਦੋਂ ਗਾਇਆ ਤਾਂ ਉਹ 20 ਬੰਦੇ ਨੇ ਜਿਹੜੀਆਂ ਤਾੜੀਆਂ ਮਾਰੀਆਂ ਜਾਂ 20 ਬੰਦੇ ਨੇ ਜਿਹੜਾ ਹੌਸਲਾ ਦਿੱਤਾ, ਤਾਂ ਮੇਰੇ ਅੰਦਰ ਦਾ ਜਿਹੜਾ ਕਹਿ ਲੋ ਕਿ ਗਾਇਕ ਆ, ਉਹ ਉੱਪਰ ਕੇ ਬਾਹਰ ਨੂੰ ਆਉਣੇ ਨੂੰ ਉੱਪਰ ਕੇ ਬਾਹਰ ਆਉਣੇ ਨੂੰ ਉਹਨੇ ਮੈਨੂੰ ਬਿਠਾਇਆ, ਹੌਸਲਾ ਬਣ ਮਿਲਿਆ। ਮੇਰੇ ਮਨ ਦੀ ਇੱਛਾ ਸੀ ਕਿ ਯਾਰ ਮੇਰੇ ਕੋਲ ਅੱਜ ਇੱਕ ਗੀਤ ਹੋਰ ਸੁਣਨ, ਪਰ ਉੱਥੇ ਕਿਸੇ ਨੇ ਮੈਨੂੰ ਉਠਾਇਆ ਨਹੀਂ। ਪਰ ਉਸ ਦਿਨ ਤੋਂ ਬਾਅਦ ਮੇਰੇ ਮਨ ਦੀ ਇੱਕ ਇੱਛਾ ਜਾਗੀ ਕਿ ਮੈਂ ਕੁਝ ਸਿੱਖਾਂ, ਕਿਉਂਕਿ ਜੇ ਮੇਰੇ ਅੰਦਰ ਉਹ ਕੀੜਾ ਹੈ ਤਾਂ ਮੈਂ ਸਿੱਖ ਲਵਾਂ। ਕਿਉਂਕਿ ਹੁਣ ਮੇਰੇ ਕੋਲ ਚਲੋ ਕੁਝ ਫਾਈਨੈਂਸ਼ੀਅਲ ਹਾਲਾਤ ਵੀ ਜਿਹੜੇ ਸੀਗੇ ਉਹ ਕੁਝ ਠੀਕ ਹੋ ਗਏ ਸੀਗੇ, ਤੇ ਕਿਉਂ ਨਾ ਮੈਂ ਕੁਝ ਸਿੱਖਾਂ। ਤੇ ਉਸ ਤੋਂ ਬਾਅਦ ਮੈਂ ਬੰਗਾ ਦੇ ਵਿੱਚ ਸਾਡੇ ਗਰਚਾ ਮਿਊਜ਼ਿਕ ਅਕੈਡਮੀ ਆ, ਸ਼੍ਰੀ ਜੋਗਾ ਸਿੰਘ ਜੀ ਗਰਚਾ, ਉਹਨਾਂ ਦੇ ਸੰਪਰਕ ਵਿੱਚ ਆਇਆ, ਉਹਨਾਂ ਕੋਲੋਂ ਸਿੱਖਣਾ ਸ਼ੁਰੂ ਕੀਤਾ। ਪਰ ਫਿਰ ਗੱਲ ਉੱਥੇ ਆ ਗਈ ਕਿ ਜਦੋਂ ਅਸੀਂ ਕੰਮ ਕਰਦੇ ਆ ਤਾਂ ਉਸ ਕੰਮ ਦੇ ਵਿੱਚ ਮੈਂ ਪ੍ਰੋਪਰ ਧਿਆਨ ਨਹੀਂ ਦੇ ਪਾਇਆ ਗਾਇਕੀ ਵੱਲ। ਤੇ ਉਸ ਤੋਂ ਬਾਅਦ ਫਿਰ ਮੈਂ ਉਹ ਚੀਜ਼ ਫਿਰ ਮੇਰੀ ਛੁੱਟ ਗਈ। ਫਿਰ ਥੋੜੇ ਸਮੇਂ ਬਾਅਦ ਫਿਰ ਉਹ ਕੀੜਾ ਜਲਾਇਆ ਤਾਂ ਸਾਡੇ ਭੁੱਲਾ ਰਾਈ ਪਿੰਡ ਤੋਂ ਧਰਮਵੀਰ ਮੈਦਾਨ ਜੀ ਆ, ਤੇ ਉਹਨਾਂ ਦੇ ਕੋਲ ਮੈਂ ਥੋੜਾ ਸਮਾਂ ਸਿੱਖਿਆ। ਤੇ ਉਹ ਫਿਰ ਬਸ ਏਦਾਂ ਹੀ ਚੱਲਦੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸ਼ਮਸ਼ਾਦ ਅਲੀ ਜੀ ਆ, ਜਿਨ੍ਹਾਂ ਦੇ ਕੋਲ ਮੈਂ ਗਾਇਕੀ ਦਾ ਜੋ ਕਹਿ ਲਓ ਕਿ ਸਿੱਖ ਰਿਹਾ ਅੱਜ ਦੇ ਸਮੇਂ ਦੇ ਵਿੱਚ ਮੈਂ ਉਹਨਾਂ ਦੇ ਕੋਲੋਂ ਸਿੱਖ ਰਿਹਾ। ਔਰ ਮੈਂ ਇਸ ਫੀਲਡ ਦੇ ਵਿੱਚ ਆਉਣ ਲਈ ਮੈਂ ਹਰਵੰਸ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਕਿ ਉਹਨਾਂ ਦਾ ਬੜਾ ਯੋਗਦਾਨ ਰਿਹਾ ਜੀ। ਪਰਿਵਾਰ ਦਾ ਜੋ ਯੋਗਦਾਨ ਆ ਉਹ ਤਾਂ ਹੁੰਦਾ ਹੀ ਆ, ਕਿਉਂਕਿ ਉਸ ਤੋਂ ਬਿਨਾਂ ਤਾਂ ਬੰਦਾ ਕੁਝ ਵੀ ਨਹੀਂ ਕਰ ਸਕਦਾ। ਇਹ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਕਰਕੇ ਮੈਂ ਅੱਜ, ਬਾਕੀ ਮੇਰੇ ਯਾਰ ਦੋਸਤ ਸਾਰੇ ਰਿਸ਼ਤੇਦਾਰ ਸਾਰਿਆਂ ਦਾ ਪਿਆਰ ਮਿਲਿਆ, ਜਿਹਦੇ ਕਰਕੇ ਅੱਜ ਥੋੜਾ ਜਿਹਾ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੁਝ ਕੀਤਾ ਜਾ ਸਕੇ। ਤੇ ਜੇ ਤੁਸੀਂ ਵੀ ਇਹਨਾਂ ਦਾ ਗਾਣਾ ਸੁਣੋਗੇ ਤਾਂ ਦੇਖੋਗੇ ਕਿ ਪਿਛਲੇ 2 ਦਿਨਾਂ ਦੇ ਵਿੱਚ ਹੀ ਇਹਨਾਂ ਨੂੰ ਦਰਸ਼ਕਾਂ ਵੱਲੋਂ ਇੰਨਾ ਪਿਆਰ ਮਿਲਿਆ ਹੈ ਕਿ ਇਹਨਾਂ ਨੂੰ ਵੀ ਔਰ ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਤੇ ਹੁਣ ਆਪਾਂ ਚੱਲਦੇ ਹਾਂ ਫਿਰ ਤਲਵਿੰਦਰ ਜੀ ਵੱਲ। ਤਲਵਿੰਦਰ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਵੇਂ ਤੁਸੀਂ ਇਹ ਗਾਣਾ ਲਿਖਿਆ, ਉਸ ਤੋਂ ਬਾਅਦ ਸਾਹਿਤ ਦੇ ਹੋਰ ਕਿਹੜੇ ਰੂਪ ਹੈ ਜਿਹੜੇ ਤੁਹਾਨੂੰ, ਜਿਹਦੇ ਵਿੱਚ ਤੁਸੀਂ ਲਿਖਦੇ ਹੋ ਜਾਂ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦੇ ਹੋ? ਜੇ ਸਾਹਿਤ ਦੀ ਗੱਲ ਕੀਤੀ ਜਾਵੇ ਤੇ ਮਤਲਬ ਗੀਤ ਹੋ ਗਿਆ ਜਾਂ ਗਜ਼ਲ ਹੋ ਗਈ, ਇਹ ਜਿਹੜੀਆਂ ਸਿਰਫਾਂ ਜਿਹੜੀਆਂ ਗਾਈਆਂ ਜਾਣ ਵਾਲੀਆਂ, ਵੈਸੇ ਆਪਾਂ ਇਹਨੂੰ ਸਾਹਿਤਕਾਰੀ ਦਾ ਹਿੱਸਾ ਤਾਂ ਪੂਰਨ ਰੂਪ ਚ ਨਹੀਂ ਕਹਿ ਸਕਦੇ। ਚਲੋ ਫਿਰ ਵੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਜ਼ਿਆਦਾਤਰ ਗਜ਼ਲ ਲਿਖਦਾ।
ਗਜ਼ਲ ਹੀ ਮੇਰਾ ਮਤਲਬ ਵਿਸ਼ਾ ਆ, ਮੁੱਖ ਵਿਸ਼ਾ ਆ। ਸਾਹਿਤ ਦਾ ਸਭ ਤੋਂ ਔਖਾ ਰੂਪ ਜਿਹੜਾ ਹੈਗਾ। ਹਾਂ, ਔਖਾ ਤੇ ਔਖੀ ਵਿਧਾ ਆ, ਚਲੋ ਗੁੰਝਲਦਾਰ। ਕਹਿ ਸਕਦੇ ਆਪਾਂ, ਜੀ। ਪਰ ਇੰਨੀ ਔਖੀ ਵੀ ਨਹੀਂ। ਤੇ ਉਹੀ ਹੈ, ਮੈਂ ਮਤਲਬ ਜ਼ਿਆਦਾ ਗਜ਼ਲ ਲਿਖਣੀ ਪਸੰਦ ਕਰਦਾ। ਜੀ ਠੀਕ ਹੈ। ਤੇ ਕੋਈ ਆਪਣੀ ਮਨਪਸੰਦ ਗਜ਼ਲ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਫਿਰ। ਜ਼ਰੂਰ ਜੀ। ਕਿ ਸਾਡੀ ਜ਼ਿੰਦਗੀ ਦੀ ਦੋਸਤੋ ਇੰਨੀ ਕਹਾਣੀ ਸੀ, ਜੀ ਸਾਡੀ ਜ਼ਿੰਦਗੀ ਦੀ ਦੋਸਤੋ ਇੰਨੀ ਕਹਾਣੀ ਸੀ। ਜੀ ਮੈਂ ਇੱਕ ਬੇਕਿਰਕ ਰਾਜਾ ਸੀ ਤੇ ਉਹ ਬੇਜ਼ਾਰ ਰਾਣੀ ਸੀ। ਵਾਹ। ਸਿਰਹਾਣੇ ਬੈਠ ਕੇ ਉਸਦੇ ਕਦੇ ਪੜਿਆ ਬਹੁਤ ਉਸਨੂੰ, ਸਿਰਹਾਣੇ ਬੈਠ ਕੇ ਉਸਦੇ ਕਦੇ ਪੜਿਆ ਬਹੁਤ ਉਸਨੂੰ, ਜੀ, ਬੁਝਾਰਤ ਹੋਣ ਤੋਂ ਪਹਿਲਾਂ ਉਹ ਇੱਕ ਦਿਲਕਸ਼ ਕਹਾਣੀ ਸੀ। ਵਾਹ ਜੀ ਵਾਹ। ਬੁਝਾਰਤ ਹੋਣ ਤੋਂ ਪਹਿਲਾਂ ਉਹ ਇੱਕ ਦਿਲਕਸ਼ ਦਿਲਕਸ਼ ਕਹਾਣੀ ਸੀ। ਕਹਾਣੀ ਸੀ। ਜੀ ਉਹਨਾਂ ਨੇ ਸ਼ਾਮ ਢਲਦੇ ਸਾਰ ਹੀ ਹੱਥ ਦਾਨ ਕਰ ਦਿੱਤੇ, ਉਹਨਾਂ ਨੇ ਸ਼ਾਮ ਢਲਦੇ ਸਾਰ ਹੀ ਹੱਥ ਦਾਨ ਕਰ ਦਿੱਤੇ। ਜਿਨ੍ਹਾਂ ਨੇ ਚੂੜੀਆਂ ਭਾਲੋ ਸੁਬਾਹ ਤੀਕਰ ਲਿਜਾਣੀ ਸੀ, ਜਿਨ੍ਹਾਂ ਨੇ ਚੂੜੀਆਂ ਭਾਲੋ ਸੁਬਾਹ ਤੀਕਰ ਲਿਜਾਣੀ ਸੀ। ਸਾਡੇ ਦਰਮਿਆਨ ਸਭ ਉਲਟ ਸੀ, ਇੱਕ ਚੀਜ਼ ਸਾਂਝੀ ਸੀ। ਸਾਡੇ ਦਰਮਿਆਨ ਸਭ ਉਲਟ ਸੀ, ਇੱਕ ਚੀਜ਼ ਸਾਂਝੀ ਸੀ। ਜੀ। ਅਸੀਂ ਦੋਵਾਂ ਉਮਰ ਭਰ ਰਸਤਿਆਂ ਦੀ ਖਾਕ ਛਾਣੀ ਸੀ। ਵਾਹ ਜੀ ਅਸਾਂ ਵਾਹ। ਦੋਵਾਂ ਉਮਰ ਵਾਹ। ਭਰ ਰਿਸ਼ਤਿਆਂ ਦੀ ਰਸਤਿਆਂ ਦੀ ਖਾਕ ਛਾਣੀ ਸੀ। ਖਾਕ ਛਾਣੀ ਸੀ। ਇੰਨੀ ਛੋਟੀ ਉਮਰੇ ਇੰਨੀਆਂ ਵੱਡੀਆਂ ਗੱਲਾਂ ਕਰ ਜਾਣੀਆਂ ਬਹੁਤ ਵੱਡੀ ਗੱਲ ਹੈ। ਤੇ ਬਹੁਤ ਹੀ ਡੂੰਘੀ ਗਜ਼ਲ ਤੁਸੀਂ ਲਿਖੀ ਹੈ, ਬੜੇ ਵਧੀਆ ਅਲਫਾਜ਼ ਲੈ ਕੇ। ਤੇ ਪ੍ਰਮਾਤਮਾ ਕਰੇ ਏਦਾਂ ਹੀ ਤੁਸੀਂ ਅੱਗੇ ਅੱਗੇ ਵਧਦੇ ਜਾਓ ਤੇ ਸਾਹਿਤ ਦੇ ਵਿੱਚ ਇੱਕ ਆਪਣਾ ਨਾਮ ਖੱਟੋ, ਨਾਮ ਨਾ ਖੱਟੋ। ਸੋ ਵਧਦੇ ਹਾਂ ਆਪਾਂ ਫਿਰ ਦੁਬਾਰਾ ਕ੍ਰਿਸ਼ਨ ਜੀ ਵੱਲ। ਤੇ ਇੱਥੇ ਮੈਂ ਪੁੱਛਣਾ ਚਾਹਾਂਗੀ ਕਿ ਹੁਣ ਅੱਗੇ ਜਿਹੜੇ ਹੈਗੇ ਆ, ਅੱਗੇ ਕੀ ਯੋਜਨਾਵਾਂ ਹਨ ਤੁਹਾਡੀਆਂ? ਸਭ ਤੋਂ ਪਹਿਲਾਂ ਤਾਂ ਜੀ ਇਹ ਮੇਰੀ ਪਹਿਲੀ ਕੋਸ਼ਿਸ਼ ਹੈ ਜੀ। ਔਰ ਪਹਿਲੀ ਹੈ ਪਰ ਆਖਰੀ ਨਹੀਂ। ਜੀ ਬਿਲਕੁਲ, ਕਿਉਂਕਿ ਜਿੱਦਾਂ ਕਹਿੰਦੇ ਹੁੰਦੇ ਆ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਜੀ। ਫਿਲਹਾਲ ਜੋ ਮੈਂ ਇਹ ਗਾਇਕੀ ਦੇ ਫੀਲਡ ਦੇ ਵਿੱਚ ਹਾਂ, ਉਹ ਇੱਕ ਸ਼ੌਕ ਦੇ ਸ਼ੌਕ ਕਰਕੇ ਹੀ ਹਾਂ। ਜੀ। ਕਿਉਂਕਿ ਮੈਨੂੰ ਸ਼ੌਕ ਹੈ, ਮੈਂ ਕਦੀ ਵੀ ਅੱਜ ਤੱਕ ਮੈਂ ਕਿਸੇ ਵੀ ਸਟੇਜ ਦੇ ਉੱਪਰ ਪਰਫਾਰਮ ਨਹੀਂ ਕੀਤਾ, ਜੀ ਕਿਸੇ ਵੀ ਮਤਲਬ ਕੋਈ ਕਦੀ ਸਜਿੰਦਿਆਂ ਦੇ ਨਾਲ ਜਾਂ ਕਦੀ ਨਹੀਂ ਪਰਫਾਰਮ ਕੀਤਾ। ਪਰ ਮੇਰੀ ਕੋਸ਼ਿਸ਼ ਜ਼ਰੂਰ ਹੈ ਕਿ ਸਿੱਖ ਕੇ ਵਧੀਆ ਤਰੀਕੇ ਨਾਲ ਕੋਈ ਵਧੀਆ ਚੀਜ਼ ਆਪਾਂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵਧੀਆ ਚੀਜ਼ਾਂ ਨੂੰ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕਿ ਵਧੀਆ ਚੀਜ਼ਾਂ ਸਰੋਤਿਆਂ ਸਾਹਮਣੇ ਰੱਖੀਆਂ ਜਾਣ, ਸਮਾਜ ਨੂੰ ਜਿਹੜੀਆਂ ਉਹ ਸੁਣਾਈਆਂ ਜਾਣ, ਜਿਹਦੇ ਨਾਲ ਕੁਛ ਨਾ ਕੁਛ ਸਮਾਜ ਦੇ ਵਿੱਚ ਕੁਛ ਸੇਧ ਦੇਣ ਵਾਲਾ ਅਸੀਂ ਕੰਮ ਕਰ ਸਕੀਏ। ਜੀ। ਤੇ ਬੜਾ ਵਧੀਆ ਲੱਗਿਆ। ਤੇ ਜੇ ਹਰ ਕੋਈ ਨੌਜਵਾਨ ਏਦਾਂ ਹੀ ਸੋਚਣਾ ਸ਼ੁਰੂ ਕਰ ਦੇਵੇ ਤੇ ਮੈਂ ਕਹਿੰਦੀ ਹਾਂ ਕਿ ਜਿਹੜਾ ਸਾਡਾ ਸਮਾਜ ਹੈ ਉਹ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਪੂਰਾ ਉਹ ਬਣ ਜਾਏਗਾ। ਇੱਕ ਵਧੀਆ ਸੇਧ ਜਿਹੜੀ ਹੈ ਲੋਕਾਂ ਨੂੰ ਮਿਲਦੀ ਰਹੇਗੀ। ਸੋ ਜਿਵੇਂ ਮੈਂ ਕ੍ਰਿਸ਼ਨ ਜੀ ਨੂੰ ਸੁਣਿਆ ਤੇ ਉਹਨਾਂ ਲਈ ਮੈਂ ਕੁਝ ਕਹਿਣਾ ਚਾਹਾਂਗੀ ਸਰ ਕਿ ਹਰ ਕੋਈ ਕਾਮਯਾਬੀ ਲਈ ਤੜਪਦਾ ਹੈ, ਹਰ ਕੋਈ ਕਾਮਯਾਬੀ ਲਈ ਤੜਪਦਾ ਹੈ। ਮਿਹਨਤ ਕਰਨ ਵਾਲਾ ਮਜਬੂਰੀਆਂ ਨਾਲ ਲੜਦਾ ਹੈ। ਉੱਡਦੇ ਤਾਂ ਹਜ਼ਾਰਾਂ ਕਾਗਜ਼ ਅਸਮਾਨ ਵਿੱਚ, ਪਰ ਪਤੰਗ ਆਪਣੀ ਕਾਬਲੀਅਤ ਨਾਲ ਅਸਮਾਨ 'ਚ ਖੜਦਾ ਹੈ, ਪਰ ਪਤੰਗ ਆਪਣੀ ਕਾਬਲੀਅਤ ਨਾਲ ਅਸਮਾਨ ਵਿੱਚ ਖੜਦਾ ਹੈ। ਸੋ ਜਿਵੇਂ ਪਿਛਲੇ 2-3 ਦਿਨਾਂ ਤੋਂ ਤੁਹਾਨੂੰ ਇੰਨੇ ਜ਼ਿਆਦਾ ਜਿਹੜੇ ਤੁਹਾਡੇ ਵਿਊਜ਼ ਹੋ ਗਏ, ਇੰਨਾ ਸਰੋਤਿਆਂ ਤੋਂ ਪਿਆਰ ਮਿਲਿਆ ਹੈ ਤੇ ਭਵਿੱਖ ਵਿੱਚ ਵੀ ਇਸ ਤੋਂ ਜ਼ਿਆਦਾ ਪਿਆਰ ਤੁਹਾਨੂੰ ਮਿਲੇਗਾ ਸਰ। ਇਹ ਸਾਡੀ ਪੂਰੀ ਮਤਲਬ ਦੁਆਵਾਂ ਨੇ ਸਾਡੀਆਂ। ਸ਼ੁਕਰੀਆ ਜੀ, ਸ਼ੁਕਰੀਆ। ਤੇ ਤਰਵਿੰਦਰ ਜੀ ਕੋਲੋਂ ਇੱਕ ਹੋਰ ਅਸੀਂ ਗਜ਼ਲ ਸੁਣਨਾ ਚਾਹਾਂਗੇ। ਕੁਛ ਨਾ ਕੁਛ ਜੋ ਵੀ ਤੁਹਾਡਾ ਸਰ ਮਤਲਬ ਤੁਸੀਂ ਸਰੋਤਿਆਂ ਨੂੰ ਸੁਣਾਉਣਾ ਚਾਹੁੰਦੇ ਹੋਵੇ, ਤੁਹਾਡਾ ਕੋਈ ਮਨਪਸੰਦ ਚੀਜ਼ ਸ਼ੇਅਰ ਕਰਨਾ ਚਾਹੁੰਦੇ ਹੋ। ਚਲੋ ਫਿਰ ਮੈਂ ਇੱਕ ਗਜ਼ਲ ਦੇ ਹੋਰ 3-4 ਸ਼ੇਰ ਸੁਣਾ ਦੇਣਾ ਜੀ। ਕਿ ਤੇਰੇ ਅਹਿਸਾਨ ਦੇ ਕਰਜ਼ੇ ਤੋਂ ਗੈਰਤ ਵਾਰ ਆਇਆ ਸਾਂ, ਤੇਰੇ ਅਹਿਸਾਨ ਦੇ ਕਰਜ਼ੇ ਤੋਂ ਗੈਰਤ ਵਾਰ ਆਇਆ ਸਾਂ, ਤੇਰੀ ਮਰਜ਼ੀ ਮੁਤਾਬਕ ਆਖਰੀ ਜੰਗ ਹਾਰ ਆਇਆ ਸਾਂ। ਵਾਹ। ਮਿਲੀ ਜਦ ਉਹ ਸਵੇਰੇ ਤਾਂ ਉਹਦੇ ਮੁਖ ਤੇ ਬੇਚੈਨੀ ਸੀ, ਮਿਲੀ ਜਦ ਉਹ ਸਵੇਰੇ ਤਾਂ ਉਹਦੇ ਮੁਖ ਤੇ ਬੇਚੈਨੀ ਸੀ, ਜਿਵੇਂ ਰਾਤੀ ਉਹਦੇ ਸੁਪਨੇ 'ਚ ਮੈਂ ਕਈ ਵਾਰ ਆਇਆ ਸਾਂ। ਵਾਹ ਜੀ ਵਾਹ। ਤੇ ਤੁਹਾਨੂੰ ਕੀ ਬਚਾਉਂਦਾ ਆਪਣੀ ਵੀ ਹੋਂਦ ਸੀ ਦਾ ਤੇ, ਤੁਹਾਨੂੰ ਕੀ ਬਚਾਉਂਦਾ ਆਪਣੀ ਵੀ ਹੋਂਦ ਸੀ ਦਾ ਤੇ, ਕਿ ਮੈਂ ਪੱਥਰ ਦੇ ਯੁੱਗ ਵਿੱਚ ਰੇਤ ਦਾ ਅਵਤਾਰ ਆਇਆ ਸਾਂ। ਵਾਹ ਜੀ ਵਾਹ। ਮੈਂ ਖੁਦ ਪੱਥਰ ਦੇ ਯੁੱਗ ਵਿੱਚ ਰੇਤ ਦਾ ਅਵਤਾਰ ਆਇਆ ਸਾਂ।
ਸ਼ੁਕਰੀਆ। ਵਾਹ ਜੀ ਵਾਹ, ਵਾਹ ਤਰਵਿੰਦਰ ਜੀ, ਬਹੁਤ ਹੀ ਵਧੀਆ। ਤੇ ਹੁਣ ਅਸੀਂ ਪੰਜਾਬ ਸਿਆਂ ਜਿਹੜਾ ਗਾਣਾ ਹੈ ਉਹ ਕ੍ਰਿਸ਼ਨ ਹਿਉ ਜੀ ਦੀ ਜ਼ੁਬਾਨੀ ਅਸੀਂ ਸੁਣਨਾ ਚਾਹਾਂਗੇ। ਸਰ ਸ਼ੁਰੂ ਹੋ ਜਾਓ ਜੀ ਫਿਰ। ਜੀ ਜਰੂਰ ਜੀ। किस फनीर ने विस्कोड़ी पंजाब से तेरे आबा च, किस फनीर ने विस्कोड़ी पंजाब से तेरे आबा च, तूड़ फकदियां ने ओहो, तूड़ फकदियां ने ओहो, जुग पलटना जिना किताबां ने, किस फनीर ने विस्कोड़ी पंजाब से तेरे आबा च, गल तुरी सी बाणी तो लच्चर गीतां ते मुक गईया, गल तुरी सी बाणी तो लच्चर गीतां ते मुक गईया, बाबा तेरे गुलाबां दी, बाबा तेरे गुलाबां दी अज हर एक पत्ती सुक गईया, किस फनीर ने विस्कोड़ी पंजाब से तेरे आबा च, तेरे लंगरां विच आ वड़िया उस पागो दा बेटा है, तेरे लंगरां विच आ वड़िया उस पागो दा बेटा है, अखंड पाठां दे रेट फिक्स, अखंड पाठां दे रेट फिक्स, अरदासे दी भी भेटा है, किस फनीर ने विस्कोड़ी पंजाब से तेरे आबा च, बेरोजगारी नशे पिस्टला कीता कान जवानी दा, बेरोजगारी नशे पिस्टला कीता कान जवानी दा, किरती दे घर नेर पिया, किरती दे घर नेर पिया, डुबिया सूरज किरसानी दा, किस फनीर ने विस्कोड़ी पंजाब से तेरे आबा च, सिखिया धर्म व्यापार सियासत चारे थमला चार हो गए, सिखिया धर्म व्यापार सियासत चारे थमला चार हो गए, शेर गिले फुट दिया कलमा दे हुनर बेकार हो गए, किस फनीर ने विस्कोड़ी पंजाब से तेरे आबा च, किस फनीर ने विस्कोड़ी पंजाब से तेरे आबा च। शुक्रिया जी। ਵਾਹ ਜੀ ਵਾਹ ਸਰ, ਬਹੁਤ ਹੀ ਵਧੀਆ। ਤੇ ਸਰੋਤਿਆਂ ਨੂੰ ਵੀ ਇੰਨਾ ਪਿਆਰ ਮੈਨੂੰ ਲੱਗਦਾ ਸਰੋਤੇ ਤਾਂ ਹੀ ਕਰ ਰਹੇ ਆ ਕਿ ਇੱਕ ਖਾਸ ਇਹਦੇ ਚ ਲਿਖਣ ਦਾ ਵੀ ਖਾਸ ਅੰਦਾਜ਼ ਹੈ, ਪੇਸ਼ਕਾਰੀ ਕਮਾਲ ਦੀ ਹੈ, ਬਾ ਕਮਾਲ ਪੇਸ਼ਕਾਰੀ ਹੈ। ਸੋ ਤੁਹਾਨੂੰ ਦੋਨਾਂ ਨੂੰ ਸਰ, ਤਰਵਿੰਦਰ ਜੀ ਤੁਹਾਨੂੰ ਵੀ ਤੇ ਕ੍ਰਿਸ਼ਨ ਜੀ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ, ਤੇ ਪ੍ਰਮਾਤਮਾ ਕਰੇ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਤੁਸੀਂ ਸਮਾਜ ਨੂੰ ਕੁਝ ਵਧੀਆ ਪਰੋਸੋ, ਕੁਝ ਇਸ ਤਰ੍ਹਾਂ ਦਾ ਤੁਸੀਂ ਲਿਖੋ ਤੇ ਤੁਸੀਂ ਗੁਣਗਣਾਓ ਕਿ ਸਮਾਜ ਨੂੰ ਇੱਕ ਸਹੀ ਸੇਧ ਮਿਲੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਸਰ ਤੁਹਾਡਾ।